ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਸਕਰੀਨ ਤੇ ਦੇਖ ਸਕਦੇ ਹੋ। ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 9,40,000 ਪ੍ਰਵਾਸੀਆਂ ਨੂੰ ਮਿਲੀ ਅਮਰੀਕਾ ਦੀ ਸਿਟੀਜ਼ਨਸ਼ਿਪ। ਭਾਰਤ ਨੇ UK ਦੇ ਯਾਤਰੀਆਂ ਦੇ ਲਈ ਈ-ਵੀਜ਼ਾ ਕੀਤਾ ਬਹਾਲ। ਰਿਪੋਰਟ ਵਿੱਚ ਖੁਲਾਸਾ, ਆਸਟ੍ਰੇਲੀਆ ਵਿੱਚ ਪ੍ਰਵਾਸੀ ਕਾਮੇ ਉਜਰਤ ਚੋਰੀ ਦੀ ਸਮੱਸਿਆ ਦਾ ਕਰ ਰਹੇ ਨੇ ਸਾਹਮਣਾ। ਕੈਨੇਡਾ ਵਿੱਚ ਸਿੱਖ ਲੜਕੀ ਪਵਨਪ੍ਰੀਤ ਕੌਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਵਿਧਾਨ ਨੂੰ ਖਤਮ ਕਰਨ ਦੀ ਕਹੀ ਗੱਲ, ਵਾਈਟ ਹਾਊਸ ਨੇ ਕੀਤੀ ਨਿੰਦਾ। ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਸੱਦੇ ਤੇ ਜ਼ਿਆਦਾਤਰ ਰਿਪਬਲਿਕਨ ਆਗੂ ਚੁੱਪ। ਚੀਨ ਦੀ ਵੁਹਾਨ ਲੈਬ ਵਿੱਚ ਤਿਆਰ ਹੋਇਆ ਸੀ ਕਰੋਨਾ ਵਾਇਰਸ, ਅਮਰੀਕੀ ਵਿਗਿਆਨੀ ਐਂਡਰੂ ਹਫ ਨੇ ਕੀਤਾ ਦਾਅਵਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅਮਰੀਕੀ ਸਰਕਾਰ ਨੇ 9,40,000 ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦਿੰਦਿਆਂ ਪਿਛਲੇ 14 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਿਊ ਰਿਸਰਚ ਸੈਂਟਰ ਦੀ ਰਿਪੋਰਟ ਦੇ ਮੁਤਾਬਕ 30 ਸਤੰਬਰ ਨੂੰ ਖਤਮ ਹੋਏ ਵਿੱਤੀ ਵਰ੍ਹੇ ਦੌਰਾਨ 9 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ, ਜਿਨ੍ਹਾਂ ਚੋਂ 61,000 ਭਾਰਤੀ ਸਨ। ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ 'ਚ 27% ਵਾਧਾ ਹੋਇਆ, ਜਦਕਿ ਕਿਸੇ ਵੇਲੇ ਸਿਖਰ ਤੇ ਰਹੇ ਚੀਨ ਨਾਲ ਸੰਬੰਧਿਤ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ 20% ਦੀ ਕਮੀ ਆਈ ਹੈ। ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਨੂੰ ਇਲੈਕਟ੍ਰੋਨਿਕ ਵੀਜ਼ਾ ਬਹਾਲ ਕਰਨ ਦਾ ਐਲਾਨ ਕੀਤਾ। UK ਦੇ ਯਾਤਰੀਆਂ ਦੇ ਲਈ ਇਹ ਅਜਿਹਾ ਕਦਮ ਹੈ ਜਿਸ ਦਾ ਵਿਆਪਕ ਸਵਾਗਤ ਹੋਏਗਾ। UK ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਉਪਲਬਧ ਹੋਏਗੀ। ਲੰਡਨ ਵਿੱਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਯਾਤਰੀ ਇਸ ਹਫ਼ਤੇ ਤੋਂ ਭਾਰਤ ਦੇ ਲਈ ਈ-ਵੀਜ਼ਾ ਲਈ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਸਿਸਟਮ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਦੋਰਾਈਸਵਾਮੀ ਨੇ ਟਵਿੱਟਰ ਤੇ ਐਲਾਨ ਕੀਤਾ ਹੈ, ਅੱਜ ਵੱਡੀ ਖਬਰ ਇਹ ਹੈ ਕਿ ਅਸੀਂ ਇੱਕ ਵਾਰ ਫਿਰ ਈ-ਵੀਜ਼ਾ ਸ਼ੁਰੂ ਕਰ ਰਹੇ ਹਾਂ। ਇਸ ਨਾਲ UK ਵਿਚਲੇ ਦੋਸਤਾਂ ਨੂੰ ਭਾਰਤ ਦੀ ਯਾਤਰਾ ਕਰਨ ਦੇ ਲਈ ਬਹੁਤ ਜ਼ਿਆਦਾ ਆਸਾਨੀ ਹੋਵੇਗੀ। ਯੂਨੀਅਨ ਦੀ ਇੱਕ ਨਵੀਂ ਰਿਪੋਰਟ ਵਿੱਚ ਸੋਮਵਾਰ ਨੂੰ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀ ਕਾਮਿਆਂ ਨੂੰ ਉਜਰਤ ਦੇਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਲਈ ਸਮੂਹ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸੁਧਾਰਾਂ ਦੀ ਮੰਗ ਕੀਤੀ ਗਈ ਹੈ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਨਿਊ ਸਾਊਥ ਵੇਲਜ਼ ਟ੍ਰੇਡ ਯੂਨੀਅਨ ਦੀ ਸਿਖਰ ਸੰਸਥਾ ਯੂਨੀਅਨ NSW ਨੇ 10 ਤੋਂ ਵੱਧ ਉਦਯੋਗਾਂ ਵਿੱਚ ਵਿਦੇਸ਼ੀ ਭਾਸ਼ਾਵਾਂ 'ਚ 7,000 ਨੌਕਰੀਆਂ ਦੇ ਇਸ਼ਤਿਹਾਰ ਦਾ ਸਰਵੇਖਣ ਕੀਤਾ। ਇਸ ਵਿੱਚ 1,000 ਤੋਂ ਵੱਧ ਪ੍ਰਵਾਸੀ ਕਾਮਿਆਂ ਨੇ ਆਸਟ੍ਰੇਲੀਆ ਵਿੱਚ ਕੰਮ ਕਰਨ ਜਾਂ ਕੰਮ ਦੇ ਲਈ ਅਰਜ਼ੀ ਦੇਣ ਵਾਲੇ ਆਪਣੇ ਅਨੁਭਵ ਸਾਂਝੇ ਕੀਤੇ। ਇਹਨਾਂ ਨੇ ਖੁਲਾਸਾ ਕੀਤਾ ਹੈ ਕਿ ਆਡਿਟ ਕੀਤੇ ਗਏ 60% ਤੋਂ ਵੱਧ ਨੌਕਰੀ ਦੇ ਇਸ਼ਤਿਹਾਰਾਂ ਨੇ ਸੰਬੰਧਿਤ ਆਡਿਟ ਵੇਤਨ ਤੋਂ ਘੱਟ ਤਨਖਾਹ ਦੀਆਂ ਗੈਰ ਕਾਨੂੰਨੀ ਦਰਾਂ ਦੀ ਪੇਸ਼ਕਸ਼ ਕੀਤੀ ਹੈ। ਪ੍ਰਾਚੂਨ ਉਦਯੋਗ ਦੇ ਅੰਕੜੇ ਸਭ ਤੋਂ ਵੱਧ ਖਰਾਬ ਸਨ। ਇਸ ਵਿੱਚ ਸਰਵੇਖਣ ਕੀਤੇ ਗਏ ਵਿਦੇਸ਼ੀ ਭਾਸ਼ਾ ਦੇ ਲਗਭਗ 85% ਵਿਗਿਆਪਨਾਂ ਨੇ ਘੱਟੋ ਘੱਟ ਅਵਾਰਡ ਤੋਂ ਹੇਠਾਂ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਸਫਾਈ, ਆਵਾਜਾਈ, ਇਮਾਰਤ ਅਤੇ ਨਿਰਮਾਣ, ਪ੍ਰਾਹੁਣਚਾਰੀ ਅਤੇ ਬਾਲ ਅਤੇ ਸੁੰਦਰਤਾ ਦਾ ਸਥਾਨ ਹੈ। ਸਰਵੇਖਣ ਕੀਤੇ ਗਏ 1/3 ਤੋਂ ਵੱਧ ਪ੍ਰਵਾਸੀ ਕਾਮਿਆਂ ਨੇ ਵੀਜ਼ਾ ਦੀ ਕਿਸਮ ਦੇ ਕਾਰਨ ਘੱਟ ਤਨਖਾਹ ਦੇਣ ਜਾਂ ਪੇਸ਼ਕਸ਼ ਕੀਤੇ ਜਾਣ ਦੀ ਰਿਪੋਰਟ ਕੀਤੀ, ਜਦੋਂ ਕਿ 1/4 ਤੋਂ ਵੱਧ ਉਹਨਾਂ ਦੀ ਕੌਮੀਅਤ ਦੇ ਕਾਰਨ ਘੱਟ ਤਨਖਾਹਾਂ ਪ੍ਰਾਪਤ ਹੋਈਆਂ। ਯੂਨੀਅਨ ਦੇ NSW ਸਕੱਤਰ ਮਾਰਕ ਮੈਰੋ ਨੇ ਕਿਹਾ ਕਿ ਚਿੰਤਾਜਨਕ ਹੈ ਕਿ ਰੋਜ਼ਗਾਰਦਾਤਾ ਅਜੇ ਵੀ ਸੱਭਿਆਚਾਰ ਅਤੇ ਭਾਸ਼ਾਈ ਤੌਰ ਤੇ ਵਿਭਿੰਨ ਪਿਛੋਕੜ ਵਾਲੇ ਕਾਮਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇਹ ਚਿੰਤਾਜਨਕ ਹੈ ਕਿ ਮਾਲਕ ਕਮਜ਼ੋਰ ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਨੇ ਅਤੇ ਘੱਟ ਤਨਖਾਹ ਦਿੰਦੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਸਾਡਾ ਆਡਿਟ ਇਸ ਅੰਡਰਬੇਰਲੀ ਦਾ ਪਰਦਾਫਾਸ਼ ਕਰਦਾ ਹੈ ਅਤੇ ਕਾਮਨਵੈਲਥ ਦੇ ਮਾੜੇ ਰੁਜ਼ਗਾਰਦਾਤਾ ਦੇ ਵਿਵਹਾਰ ਨੂੰ ਰੋਕਣ ਦੇ ਲਈ ਆਪਣੇ ਯਤਨਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਕਰਮਚਾਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਦਾ ਹੈ। ਯੂਨੀਅਨਸ NSW ਹੁਣ ਇੱਕ ਨਵੇਂ ਠੋਸ ਵੀਜ਼ੇ ਦੀ ਮੰਗ ਕਰ ਰਹੀ ਹੈ ਤਾਂ ਜੋ ਸ਼ੋਸ਼ਣ ਦੀ ਰਿਪੋਰਟ ਕਰਨ ਦੇ ਬਕਾਇਆ ਦਾਅਵਿਆਂ ਵਾਲੇ ਕਾਮਿਆਂ ਨੂੰ ਕੰਮ ਕਰਨ ਦੇ ਅਧਿਕਾਰਾਂ ਨਾਲ ਦੇਸ਼ 'ਚ ਰਹਿਣ ਦੀ ਆਗਿਆ ਦਿੱਤੀ ਜਾ ਸਕੇ, ਜਦੋਂ ਤੱਕ ਉਹਨਾਂ ਦੇ ਦਾਅਵੇ ਦਾ ਨਿਪਟਾਰਾ ਨਹੀਂ ਹੋ ਜਾਂਦਾ। ਕੈਨੇਡਾ ਵਿਖੇ ਮਿਸੀਸਾਗਾ ਗੈਸ ਸਟੇਸ਼ਨ ਤੇ ਸ਼ਨੀਵਾਰ ਰਾਤ ਨੂੰ 21 ਸਾਲਾ ਸਿੱਖ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਜਾਂਚ ਝੂਠੀ ਪੁਲਿਸ ਨੇ ਸ਼ੱਕੀ ਦੀ ਇੱਕ ਤਸਵੀਰ ਅਤੇ ਵਰਣਨ ਜਾਰੀ ਕੀਤਾ।
ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ਨੀਵਾਰ ਰਾਤ ਕਰੀਬ 10:40 ਤੇ ਕ੍ਰੈਡਿਟ ਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਖੇਤਰ ਵਿੱਚ ਗੋਲੀਬਾਰੀ ਮਗਰੋਂ ਰਿਪੋਰਟ ਲਈ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਲੜਕੀ ਨੂੰ ਕਈ ਵਾਰ ਗੋਲੀ ਮਾਰੀ ਗਈ ਸੀ ਅਤੇ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੀੜਤ ਦਾ ਨਾਮ ਬਰੈਂਪਟਨ ਦੀ ਪਵਨਪ੍ਰੀਤ ਕੌਰ ਹੈ। ਸੋਮਵਾਰ ਨੂੰ ਇੱਕ ਅਪਡੇਟ ਵਿੱਚ ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਇੱਕ ਹੁੱਡ ਅਤੇ ਸਰਦੀਆਂ ਵਿੱਚ ਪਹਿਨੇ ਜਾਣ ਵਾਲੇ ਗੂੜੇ ਰੰਗ ਦੇ ਬੂਟਾਂ ਦੇ ਨਾਲ 3/4 ਲੰਬਾਈ ਦੀ ਜੈਕਟ ਪਹਿਨੀ ਹੋਈ ਸੀ। ਉਸਨੇ ਗੂੜੇ ਰੰਗ ਦੀ ਪੈਂਟ ਅਤੇ ਇੱਕ ਗੂੜੀ ਟੋਪੀ ਅਤੇ ਚਿੱਟੇ ਦਸਤਾਨੇ ਵੀ ਪਹਿਨੇ ਹੋਏ ਸੀ। ਪੁਲਿਸ ਨੇ ਕਿਹਾ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ ਅਤੇ ਪੀੜਤ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜੀ ਦੇਰ ਪਹਿਲਾਂ ਉਸਨੇ ਆਪਣੇ ਚਿਹਰੇ ਤੇ ਹੁੱਡ ਨਹੀਂ ਪਾਈ ਸੀ। ਵੀਡੀਓ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ 3 ਘੰਟੇ ਪਹਿਲਾਂ ਗੈਸ ਸਟੇਸ਼ਨ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਪੈਦਲ ਤੁਰਦਾ ਪਾਇਆ ਗਿਆ। ਪੁਲਿਸ ਨੇ ਕਿਹਾ ਕਿ ਉਸ ਸਮਾਂ ਸੀਮਾ ਦੌਰਾਨ ਸ਼ੱਕੀ ਨੂੰ ਚੁਰਾਹੇ ਤੇ ਪੂਰਬ ਵੱਲ ਬ੍ਰਿਟਾਨੀਆ ਰੋਡ ਨੂੰ ਪਾਰ ਕਰਦੇ ਅਤੇ ਚੁਰਾਹੇ ਦੇ ਉੱਤਰ ਵੱਲ ਕ੍ਰੈਡਿਟ ਵਿਊ ਰੋਡ ਨੂੰ ਪਾਰ ਕਰਦੇ ਦੇਖਿਆ ਗਿਆ। ਗੋਲੀਬਾਰੀ ਤੋਂ ਬਾਅਦ ਸ਼ੱਕੀ ਨੂੰ ਕ੍ਰੈਡਿਟ ਵਿਊ ਰੋਡ ਤੇ ਪਾਰ ਪੱਛਮ ਵੱਲ, ਫਿਰ ਬ੍ਰਿਟਾਨੀਆ ਰੋਡ ਤੇ ਪੱਛਮ ਵੱਲ ਅਤੇ ਕ੍ਰਾਈਮ ਗ੍ਰੀਨ ਸਰਕਲ ਵੱਲ ਪੱਛਮ ਵੱਲ ਭੱਜਦੇ ਦੇਖਿਆ ਗਿਆ। ਫਿਲਹਾਲ ਪੁਲਿਸ ਵੱਲੋਂ ਉਸ ਦੀ ਭਾਲ ਜਾਰੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ 2024 ਦੇ ਚੋਣ ਮੈਦਾਨ 'ਚ ਉਤਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਬਣੇ ਹੋਏ ਨੇ। ਟਰੰਪ ਵੀ ਲਗਾਤਾਰ ਵਿਰੋਧੀ ਧਿਰ ਤੇ ਨਿਸ਼ਾਨਾ ਸਾਧ ਰਹੇ ਨੇ। ਇਸ ਦੇ ਮੱਦੇਨਜ਼ਰ ਹੁਣ ਉਹਨਾਂ ਦੇ ਇੱਕ ਵਾਰ ਫਿਰ 2020 ਦੀਆਂ ਰਾਸ਼ਟਰਪਤੀ ਚੋਣਾਂ ਦਾ ਮਾਮਲਾ ਉੱਠਿਆ। ਜੀ ਹਾਂ, ਟਰੰਪ ਨੇ ਸਾਲ 2020 ਵਿੱਚ ਆਪਣੀ ਜਿੱਤ ਦਾ ਝੂਠਾ ਦਾਅਵਾ ਕਰਦਿਆਂ ਹੁਣ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ 2020 ਦੀਆਂ ਚੋਣਾਂ ਨੂੰ ਧੋਖਾਧੜੀ ਕਰਾਰ ਦਿੱਤਾ ਅਤੇ ਅਮਰੀਕੀ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਕਹੀ। ਟਰੰਪ ਦੇ ਇਸ ਬਿਆਨ ਦੇ ਨਾਲ ਅਮਰੀਕੀ ਸਿਆਸਤ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਟਰੰਪ ਨੇ ਨਾ ਕੇਵਲ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਕੀਤੀ, ਸਗੋਂ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਵੱਡੀਆਂ ਤਕਨੀਕੀ ਕੰਪਨੀਆਂ ਤੇ ਵੀ ਦੋਸ਼ ਲਾਏ। ਉਹਨਾਂ ਨੇ ਕਿਹਾ ਕਿ ਵੱਡੀਆਂ ਤਕਨੀਕੀ ਕੰਪਨੀਆਂ ਨੇ ਡੈਮੋਕ੍ਰੈਟਿਕ ਪਾਰਟੀ ਨਾਲ ਮਿਲ ਗਈਆਂ ਸਨ ਅਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿਰੁੱਧ ਹੋ ਗਈਆਂ ਨੇ। ਔਰ ਡੋਨਾਲਡ ਟਰੰਪ ਨੇ ਸ਼ਨੀਚਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਾਰੀ ਕੀਤੀ, ਜਿਸ ਵਿੱਚ ਉਹਨਾਂ ਨੇ ਆਪਣੀ ਜਿੱਤ ਦੇ ਝੂਠੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਟਰੰਪ ਨੇ ਜਿੱਤੀ ਸੀ। ਵੱਡੀਆਂ ਤਕਨੀਕੀ ਕੰਪਨੀਆਂ ਤੇ ਦੋਸ਼ ਲਗਾਉਂਦਿਆਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਤਕਨੀਕੀ ਕੰਪਨੀਆਂ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਉਹਨਾਂ ਦੇ ਵਿਰੁੱਧ ਗਈਆਂ ਨੇ। ਟਰੰਪ ਨੇ ਮੰਗ ਕੀਤੀ ਹੈ ਕਿ ਅਮਰੀਕੀ ਸੰਵਿਧਾਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ਦੇ ਇਸ ਬਿਆਨ ਨੇ ਅਮਰੀਕੀ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਦੀ ਇਸ ਟਿੱਪਣੀ ਤੇ ਵਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਕਿਹਾ ਕਿ ਉਹਨਾਂ ਦਾ ਬਿਆਨ ਸਾਡੇ ਦੇਸ਼ ਦੀ ਆਤਮਾ ਦੇ ਲਈ ਸਰਾਪ ਹੈ। ਟਰੰਪ ਦੇ ਬਿਆਨ ਦੀ ਪੂਰੀ ਦੁਨੀਆ ਵਿੱਚ ਨਿੰਦਾ ਹੋ ਰਹੀ ਹੈ। ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹ ਕਰ ਰਹੇ ਰਿਪਬਲਿਕਨ ਜੋਹਨ ਬੋਲਟਨ ਨੇ ਟਵੀਟ ਕਰਦਿਆਂ ਕਿਹਾ, ਕੋਈ ਵੀ ਅਮਰੀਕੀ ਰੂੜੀਵਾਦੀ 2020 ਦੀਆਂ ਚੋਣਾਂ ਦੇ ਨਤੀਜਿਆਂ ਕਾਰਨ ਸੰਵਿਧਾਨ ਨੂੰ ਖਤਮ ਕਰਨ ਦੇ ਟਰੰਪ ਦੇ ਸੱਦੇ ਨਾਲ ਸਹਿਮਤ ਨਹੀਂ ਹੋ ਸਕਦਾ। ਟਰੰਪ ਫਿਰ 2024 ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਨੇ, ਪਰ ਉਹਨਾਂ ਦੀ ਚੋਣ ਮੁਹਿੰਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਦਿੱਤੇ ਗਏ ਸਿਰੇ ਦੇ ਸੁਝਾਅ ਤੇ ਉਹਨਾਂ ਦੀ ਪਾਰਟੀ ਰਿਪਬਲਿਕਨ ਦੇ ਉੱਪਰਲੀਆਂ ਸਫਾ ਦੇ ਜ਼ਿਆਦਾਤਰ ਆਗੂ ਚੁੱਪ ਨੇ ਤੇ ਕੁਝ ਨੇ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਉਹਨਾਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਆਪਣਾ ਧਿਆਨ ਆਪਣੇ ਭਵਿੱਖ ਉੱਪਰ ਕੇਂਦਰਿਤ ਕਰਨਾ ਚਾਹੀਦਾ ਹੈ। ਰਿਪਬਲਿਕਨ ਆਗੂ ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੋ ਕਰ ਰਹੇ ਨੇ ਅਸਲ ਵਿੱਚ ਇਹ ਗੱਲ ਹੀ ਪਾਰਟੀ ਦੇ ਭਵਿੱਖ ਉੱਪਰ ਸਵਾਲੀਆ ਚਿੰਨ੍ਹ ਲਾ ਰਹੀ ਹੈ। ਇੱਕ ਹੋਰ ਅਹਿਮ ਰਿਪਬਲਿਕਨ ਮਾਈਕ ਲੌਲਰ ਨਿਊਯਾਰਕ ਨੇ ਕਿਹਾ ਕਿ ਮੈਂ ਸਪਸ਼ਟ ਤੌਰ ਤੇ ਟਰੰਪ ਦੀ ਮੰਗ ਦਾ ਸਮਰਥਨ ਨਹੀਂ ਕਰਦਾ, ਕਿਉਂਕਿ ਸੰਵਿਧਾਨ ਸਦਕਾ ਹੀ ਹੋਰ ਅਮਰੀਕੀ ਦੇ ਅਧਿਕਾਰ ਸੁਰੱਖਿਅਤ ਨੇ। ਲੌਲਰ ਤੇ ਹੋਰ ਪਾਰਟੀ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ 2020 ਦੀਆਂ ਚੋਣਾਂ ਵਿੱਚ ਜੋ ਬਾਈਡਨ ਹੱਥੋਂ ਹੋਈ ਹਾਰ ਨੂੰ ਭੁੱਲ ਜਾਣ ਤੇ ਜੇਕਰ ਉਹ 2024 ਵਿੱਚ ਦੁਬਾਰਾ ਚੋਣਾਂ ਲੜਨੀਆਂ ਚਾਹੁੰਦੇ ਨੇ ਤਾਂ ਆਪਣਾ ਧਿਆਨ ਭਵਿੱਖ ਉੱਪਰ ਕੇਂਦਰਿਤ ਕਰਨ। ਰਿਪਬਲਿਕਨ ਆਗੂ ਡੇਸ ਜੋਇਸ ਉਈਓ ਨੇ ਕਿਹਾ ਹੈ ਕਿ ਉਹ ਨਹੀਂ ਸੋਚਦੇ ਕਿ ਟਰੰਪ ਨੂੰ ਦੁਬਾਰਾ ਚੋਣ ਲੜਾਈ ਜਾਏਗੀ ਤੇ ਸਾਬਕਾ ਰਾਸ਼ਟਰਪਤੀ ਕਿਸੇ ਵੀ ਹਾਲਤ ਵਿੱਚ ਸੰਵਿਧਾਨ ਦਾ ਕੁਝ ਵੀ ਵਿਗਾੜ ਸਕਦੇ ਨੇ। ਦੂਸਰੇ ਪਾਸੇ ਡੈਮੋਕ੍ਰੈਟਿਕ ਆਗੂਆਂ ਨੇ ਟਰੰਪ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ ਤੇ ਕੁਝ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਦਾ ਸੁਝਾਅ ਅਸਲ ਵਿੱਚ ਤਾਨਾਸ਼ਾਹੀ ਦਾ ਸੱਦਾ ਹੈ। ਕੋਰੋਨਾ ਵਾਇਰਸ ਬਾਰੇ ਇੱਕ ਵਿਗਿਆਨੀ ਵੱਲੋਂ ਹੈਰਾਨੀਜਨਕ ਖੁਲਾਸਾ ਕੀਤਾ ਗਿਆ। ਚੀਨ ਦੇ ਵੁਹਾਨ ਲੈਬ, ਜੋ ਕਿ ਕੋਰੋਨਾ ਕਾਲ ਦੌਰਾਨ ਕਾਫੀ ਵਿਵਾਦਾਂ 'ਚ ਰਿਹਾ ਸੀ, ਵਿੱਚ ਕੰਮ ਕਰਨ ਵਾਲੇ ਇੱਕ ਯੂਐਸ ਦੇ ਵਿਗਿਆਨੀ ਨੇ ਕਿਹਾ ਕਿ ਕੋਵਿਡ-19 ਮਨੁੱਖਾਂ ਵੱਲੋਂ ਬਣਾਇਆ ਗਿਆ ਵਾਇਰਸ ਹੈ ਜੋ ਕਿ ਲੀਕ ਹੋ ਗਿਆ ਸੀ। ਨਿਊਯਾਰਕ ਪੋਸਟ ਨੇ ਬ੍ਰਿਟਿਸ਼ ਅਖਬਾਰ ਦਾ ਸਨ ਵਿੱਚ ਅਮਰੀਕੀ ਆਧਾਰਿਤ ਖੋਜਕਰਤਾ ਐਂਡਰਿਊ ਹਫ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ
ਕਿ 2 ਸਾਲ ਪਹਿਲਾਂ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਕਰੋਨਾ ਲੀਕ ਹੋ ਗਿਆ ਸੀ, ਜੋ ਕਿ ਇੱਕ ਸਰਕਾਰੀ ਅਤੇ ਫੰਡ ਪ੍ਰਾਪਤ ਖੋਜ ਸਹੂਲਤ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਹਫ ਈਕੋ ਹੈਲਥ ਅਲਾਇੰਸ ਦਾ ਸਾਬਕਾ ਉਪ ਪ੍ਰਧਾਨ ਹੈ, ਜੋ ਕਿ ਨਿਊਯਾਰਕ ਵਿੱਚ ਸਥਿਤ ਇੱਕ ਗੈਰ ਮੁਨਾਫਾ ਸੰਗਠਨ ਹੈ ਜੋ ਛੂਤ ਦੀਆਂ ਬਿਮਾਰੀਆਂ ਦਾ ਅਧਿਐਨ ਕਰਦਾ ਹੈ। ਉਹਨਾਂ ਨੇ ਕਿਹਾ ਕਿ ਹਫ ਨੇ ਆਪਣੀ ਕਿਤਾਬ ਦੇ ਵਿੱਚ ਦਾਅਵਾ ਕੀਤਾ ਹੈ ਕਿ ਚੀਨ ਦੇ ਲਾਅ ਆਫ ਫੰਕਸ਼ਨ ਪ੍ਰਯੋਗ ਨਾਕਾਫੀ ਸੁਰੱਖਿਆ ਦੇ ਨਾਲ ਕੀਤੇ ਗਏ ਸਨ, ਜਿਸ ਦੇ ਨਤੀਜੇ ਵਜੋਂ ਵੁਹਾਨ ਲੈਬ ਵਿੱਚ ਵਾਇਰਸ ਲੀਕ ਹੋਇਆ ਸੀ। ਦੱਸ ਦਈਏ ਕਿ ਵੁਹਾਨ ਲੈਬ ਕੋਵਿਡ ਦੀ ਉਤਪਤੀ ਨੂੰ ਲੈ ਕੇ ਗਰਮ ਬਹਿਸ ਦਾ ਕੇਂਦਰ ਰਹੀ ਹੈ। ਚੀਨੀ ਸਰਕਾਰੀ ਅਧਿਕਾਰੀ ਅਤੇ ਲੈਬ ਕਰਮਚਾਰੀ ਦੋਵੇਂ ਇਸ ਗੱਲ ਤੋਂ ਇਨਕਾਰ ਕਰਦੇ ਨੇ ਕਿ ਵਾਇਰਸ ਉੱਥੋਂ ਪੈਦਾ ਹੋਇਆ ਸੀ। ਐਂਡਰਿਊ ਹਫ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਵਿਦੇਸ਼ੀ ਪ੍ਰਯੋਗਸ਼ਾਲਾਵਾਂ ਕੋਲ ਸਹੀ ਬਾਇਓ ਸੁਰੱਖਿਆ, ਜੀਵ ਸੁਰੱਖਿਆ ਅਤੇ ਜ਼ੋਖਮ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਉਚਿਤ ਨਿਯੰਤਰਣ ਉਪਾਅ ਨਹੀਂ ਸਨ, ਜਿਸ ਦੇ ਨਤੀਜੇ ਵਜੋਂ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦਾ ਵਾਇਰਸ ਲੀਕ ਹੋਇਆ। ਹਫ ਨੇ ਤਾਂ ਸਾਨੂੰ ਕਿਹਾ ਕਿ ਅਮਰੀਕੀ ਸਰਕਾਰ ਚੀਨ ਨੂੰ ਖਤਰਨਾਕ ਬਾਇਓਟੈਕਨੋਲੋਜੀ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਉਸ ਵੇਲੇ ਮੈਂ ਜੋ ਵੀ ਵੇਖਿਆ ਮੈਂ ਉਸ ਤੋਂ ਘਬਰਾ ਗਿਆ ਅਤੇ ਅਸੀਂ ਉਸ ਨੂੰ ਬਾਇਓ ਓਪਵੈਨ ਟੈਕਨੋਲੋਜੀ ਸੌਂਪ ਰਹੇ ਸੀ। ਇਹ ਵੀ ਰਿਪੋਰਟ ਕਰਦਾ ਹੈ ਕਿ ਪ੍ਰੋਬੇਬਲਿਕਾ ਵੈਨਿਟੀ ਫੇਅਰ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਜਾਂਚ ਦੇ ਮੁਤਾਬਕ WIV ਚੀਨ ਦੀ ਸਭ ਤੋਂ ਖਤਰਨਾਕ ਕਰੋਨਾ ਵਾਇਰਸ ਖੋਜ ਦਾ ਘਰ ਹੈ। ਅਮਰੀਕੀ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਸਾਲ 2022 ਵਿੱਚ ਫੌਜ ਵਿੱਚ 45,000 ਨੌਜਵਾਨ ਭਰਤੀ ਹੋਏ, ਜਦਕਿ ਸਰਕਾਰ ਦਾ ਟੀਚਾ 60,000 ਨੌਜਵਾਨਾਂ ਨੂੰ ਭਰਤੀ ਕਰਨ ਦਾ ਸੀ। ਇਸ ਤਰ੍ਹਾਂ ਟੀਚੇ ਤੋਂ 15,000 ਘੱਟ ਨੌਜਵਾਨਾਂ ਦੀ ਭਰਤੀ ਹੋਈ। ਫਲੋਰੀਡਾ ਤੱਟ ਦੇ ਨੇੜੇ ਮੈਕਸੀਕੋ ਦੀ ਖਾੜੀ ਵਿੱਚ ਸ਼ਨੀਵਾਰ ਰਾਤ ਇੱਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਲਾਪਤਾ ਹੋ ਗਿਆ। ਪ੍ਰਸ਼ਾਸਨ ਜਹਾਜ਼ ਵਿੱਚ ਸਵਾਰ ਤੀਜੇ ਲਾਪਤਾ ਵਿਅਕਤੀ ਦੀ ਭਾਲ ਕਰ ਰਿਹਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਵੈਨਸ ਮਿਊਨਿਸਪਲ ਏਅਰਪੋਰਟ ਤੇ ਇੱਕ ਜਹਾਜ਼ ਦੇ ਬਾਰੇ ਵਿੱਚ ਸੰਕੇਤ ਨਾ ਮਿਲਣ ਤੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਫਲੋਰੀਡਾ ਦੇ ਵੈਨਸ ਵਿੱਚ ਅਧਿਕਾਰੀਆਂ ਨੇ ਐਤਵਾਰ ਸਵੇਰੇ 10 ਵਜੇ ਤੋਂ ਬਾਅਦ ਖੋਜ ਸ਼ੁਰੂ ਕੀਤੀ। ਜਹਾਜ਼ ਫਲੋਰੀਡਾ ਦੇ ਸੈਂਟ ਪੀਟਰਸਬਰਗ ਸਥਿਤ ਆਪਣੇ ਅਸਲ ਹਵਾਈ ਅੱਡੇ ਤੇ ਵਾਪਸ ਨਹੀਂ ਆਇਆ ਸੀ। ਵੈਨਸ ਸ਼ਹਿਰ ਦੇ ਬੁਲਾਰੇ ਲੌਰੇਨ ਐਂਡਰਸ ਨੇ ਕਿਹਾ ਕਿ ਉਸ ਸਮੇਂ ਕੁਝ ਲੋਕਾਂ ਨੂੰ ਵੈਨਸ ਬੀਚ ਤੋਂ ਲਗਭਗ 2.5 ਮੀਲ ਪੱਛਮ ਵਿੱਚ ਇੱਕ ਔਰਤ ਦੀ ਲਾਸ਼ ਤੈਰਦੀ ਹੋਈ ਮਿਲੀ। ਐਂਡਰਸਨ ਨੇ ਕਿਹਾ ਕਿ ਸਾਰਾਸੋਟਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਗੋਤਾਖੋਰਾਂ ਨੇ ਦੁਪਹਿਰ 2 ਵਜੇ ਦੇ ਕਰੀਬ ਵੈਨਸ ਹਵਾਈ ਅੱਡੇ ਤੋਂ 1 ਮੀਲ ਪੱਛਮ 'ਚ ਕਿਰਾਏ ਦੇ ਜਹਾਜ਼ ਦੇ ਮਲਬੇ ਦਾ ਪਤਾ ਲਗਾਇਆ। ਉਹਨਾਂ ਨੇ ਕਿਹਾ ਕਿ ਬਚਾਅ ਕਰਮੀਆਂ ਨੂੰ ਜਹਾਜ਼ ਵਿੱਚ ਇੱਕ ਮ੍ਰਿਤਕ ਲੜਕੀ ਦੀ ਲਾਸ਼ ਮਿਲੀ। ਇੱਕ ਤੀਜਾ ਵਿਅਕਤੀ ਜੋ ਪਾਇਲਟ ਜਾਂ ਯਾਤਰੀ ਸੀ, ਐਤਵਾਰ ਤੋਂ ਲਾਪਤਾ ਹੈ। ਚੀਨ ਵਿੱਚ ਕਰੋਨਾ ਫੈਲਣ ਤੋਂ ਰੋਕਣ ਦੇ ਲਈ ਲਾਈਆਂ ਗਈਆਂ ਸਖਤ ਪਾਬੰਦੀਆਂ ਅਤੇ ਸਿਆਸੀ ਬਦਲਾਅ ਦੇ ਲਈ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਐਤਵਾਰ ਨੂੰ 200 ਦੇ ਕਰੀਬ ਲੋਕਾਂ ਨੇ ਅਮਰੀਕਾ ਵਿੱਚ ਵਾਈਟ ਹਾਊਸ ਨੇੜੇ ਇਕੱਠੇ ਹੋ ਕੇ ਮੋਮਬੱਤੀਆਂ ਜਗਾਈਆਂ ਅਤੇ ਚੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲਾਏ। ਇਸ ਦੌਰਾਨ ਫਰੀडम ਪਲਾਜ਼ਾ ਨੇੜੇ ਪ੍ਰਦਰਸ਼ਨਕਾਰੀਆਂ ਨੇ ਕੋਈ ਤਾਨਾਸ਼ਾਹੀ ਨਹੀਂ, ਕੋਈ ਸੈਂਸਰਸ਼ਿਪ ਨਹੀਂ ਦੇ ਬੈਨਰ ਚੁੱਕੇ ਹੋਏ ਸਨ। ਉਹਨਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਹਨਾਂ ਦੀ ਸਰਕਾਰ ਦਾ ਅਸਤੀਫਾ ਮੰਗਿਆ ਅਤੇ ਕੁਝ ਨੇ ਚੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਵੀ ਲਗਾਤਾਰ ਲਗਾਏ। ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਚੀਨ ਦੇ ਉਰਮਕੀ ਸ਼ਹਿਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ ਸਨ। ਅਧਿਕਾਰੀਆਂ ਨੇ ਉਹਨਾਂ ਨੂੰ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਕਰੋਨਾ ਸੰਬੰਧੀ ਪਾਬੰਦੀਆਂ ਕਾਰਨ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਜਾਂ ਲੋਕਾਂ ਨੂੰ ਉੱਥੋਂ ਨਿਕਲਣ ਨਹੀਂ ਦਿੱਤਾ ਗਿਆ, ਜੋ ਲੋਕ ਪਹਿਲਾਂ ਹੀ ਕਰੋਨਾ ਸੰਬੰਧੀ ਪਾਬੰਦੀਆਂ ਤੋਂ ਪਰੇਸ਼ਾਨ ਸਨ। ਇਸ ਘਟਨਾ ਤੋਂ ਬਾਅਦ ਹੋਰ ਵੀ ਗੁੱਸੇ ਵਿੱਚ ਲੋਕ ਆਏ। ਇਸ ਦੌਰਾਨ ਇੱਕ ਚੀਨੀ ਵਿਦਿਆਰਥੀ ਨੇ ਕਿਹਾ ਕਿ ਜਦੋਂ ਤੱਕ ਮੇਰੇ ਨਾਲ ਅਜਿਹਾ ਨਹੀਂ ਵਾਪਰਿਆ ਸੀ, ਉਦੋਂ ਤੱਕ ਮੇਰਾ ਇਹਨਾਂ ਜਨਤਕ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਕੋਵਿਡ ਨੀਤੀ ਅਸਲ ਵਿੱਚ ਬੇਇਨਸਾਫੀ ਹੈ। ਹੁਣ ਜਦੋਂ ਮੈਂ ਅਜਿਹੇ ਦੇਸ਼ 'ਚ ਹਾਂ ਜਿੱਥੇ ਪ੍ਰਗਟਾਵੇ ਦੀ ਆਜ਼ਾਦੀ ਹੈ ਅਤੇ ਮੇਰੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕਦੀ ਹੈ, ਤਾਂ ਮੈਂ ਆਪਣੀ ਗੱਲ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਚੀਨੀ ਹੈਕਰਾਂ ਨੇ 2020 ਤੋਂ ਲੈ ਕੇ ਹੁਣ ਤੱਕ US ਕੋਵਿਡ ਰਾਹਤ ਫੰਡ 'ਚੋਂ ਲੱਖਾਂ ਡਾਲਰ ਚੋਰੀ ਕੀਤੇ ਨੇ। ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਸ ਸੰਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ, ਪਰ NBC ਨਿਊਜ਼ ਦੀ ਇੱਕ ਰਿਪੋਰਟ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਖੋਜ ਭਾਈਚਾਰੇ ਵਿੱਚ APT41 ਜਾਂ ਬਿਨਤੀ ਵਜੋਂ ਜਾਣੀ ਜਾਂਦੀ ਹੈਕਿੰਗ ਟੀਮ ਇਸ ਅਪਰਾਧ ਲਈ ਜ਼ਿੰਮੇਵਾਰ ਹੈ। ਅਮਰੀਕੀ ਨਿਆਂ ਵਿਭਾਗ ਨੇ 2019 ਅਤੇ 2020 ਵਿੱਚ ਹੈਕਿੰਗ ਟੀਮ ਦੇ ਕਈ ਮੈਂਬਰਾਂ ਨੂੰ ਸੌਫਟਵੇਅਰ ਡਿਵੈਲਪਮੈਂਟ ਕੰਪਨੀਆਂ, ਸੋਸ਼ਲ ਮੀਡੀਆ ਫਰਮਾਂ ਅਤੇ ਵੀਡੀਓ ਗੇਮ ਡਿਵੈਲਪਰਾਂ ਸਮੇਤ 100 ਤੋਂ ਵੱਧ ਕੰਪਨੀਆਂ ਦੀ ਜਾਸੂਸੀ ਕਰਨ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ। ਵਾਸ਼ਿੰਗਟਨ ਵਿੱਚ ਚੀਨੀ ਸਫਾਰਤਖਾਨੇ ਇਸ ਸੰਬੰਧੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ।
ਅਮਰੀਕਾ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਐਰੀਜ਼ੋਨਾ ਸੂਬੇ 'ਚ ਖੁਦ ਨੂੰ ਪੈਗੰਬਰ ਦੱਸਣ ਵਾਲੇ ਵਿਅਕਤੀ ਦੇ 20 ਔਰਤਾਂ ਨਾਲ ਵਿਆਹ ਕੀਤੇ ਜਾਣ ਦਾ ਖੁਲਾਸਾ ਹੋਇਆ। ਇਹਨਾਂ ਵਿੱਚੋਂ ਇੱਕ ਪਤਨੀ ਦੀ ਉਮਰ 9 ਸਾਲ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਪਤਨੀਆਂ ਵਿੱਚੋਂ ਇੱਕ ਉਹਨਾਂ ਦੀ ਆਪਣੀ ਧੀ ਵੀ ਹੈ। ਇਸ ਦੋਸ਼ੀ ਦਾ ਨਾਂ ਸੈਮੂਅਲ ਰੈਪਲੀ ਬੈਟਮੈਨ ਹੈ। ਸੈਮੂਅਲ ਬਹੁ ਵਿਆਹ ਕਰਨ ਵਾਲੇ ਮਾਰਮਨ ਸਮੂਹ ਦਾ ਆਗੂ ਹੈ। ਇਸ ਨੂੰ ਲੈਟਰ ਡੇ ਸੇਂਟ ਦੇ ਜੀਸਸ ਕ੍ਰਾਈਸਟ ਦੇ ਕੱਟੜਪੰਥੀ ਚਰਚ ਵਜੋਂ ਵੀ ਜਾਣਿਆ ਜਾਂਦਾ ਹੈ। FBI ਦੇ ਅਨੁਸਾਰ ਸਾਲ 2019 ਚ 50 ਲੋਕਾਂ ਦੇ ਇਸ ਛੋਟੇ ਸਮੂਹ ਤੇ ਕੰਟਰੋਲ ਕਰਨ ਤੋਂ ਬਾਅਦ ਸੈਮੂਅਲ ਨੇ ਆਪਣੇ ਆਪ ਨੂੰ ਇੱਕ ਪੈਗੰਬਰ ਦੱਸਣਾ ਸ਼ੁਰੂ ਕੀਤਾ ਅਤੇ ਖੁਦ ਆਪਣੀ ਨਾਬਾਲਗ ਧੀ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ। ਏਜੰਸੀ ਨੇ ਕਿਹਾ ਕਿ ਸੈਮੂਅਲ ਨੇ ਘੱਟੋ-ਘੱਟ 20 ਔਰਤਾਂ ਨਾਲ ਵਿਆਹ ਕੀਤਾ, ਜਿਨ੍ਹਾਂ ਚੋਂ ਕਈ ਨਾਬਾਲਗ ਨੇ। ਜ਼ਿਆਦਾਤਰ ਲੜਕੀਆਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਹਨਾਂ ਲੜਕੀਆਂ ਨੂੰ ਬਾਲ ਸੈਕਸ ਤਸਕਰੀ ਦੇ ਲਈ ਮਜਬੂਰ ਕੀਤਾ ਗਿਆ। FBI ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੈਮੂਅਲ ਨੇ ਆਪਣੇ 3 ਪੁਰਸ਼ ਚੇਲਿਆਂ ਨੂੰ ਆਪਣੇ ਸਾਹਮਣੇ ਲੜਕੀਆਂ ਨਾਲ ਸੰਬੰਧ ਬਣਾਉਣ ਦੇ ਲਈ ਕਿਹਾ। ਸੈਮੂਅਲ ਇਸ ਘਿਨਾਉਣੀ ਘਟਨਾ ਨੂੰ ਦੇਖਦਾ ਰਿਹਾ। ਇਹਨਾਂ ਚੋਂ ਕੇਵਲ ਇੱਕ ਲੜਕੇ ਦੀ ਉਮਰ 12 ਸਾਲ ਹੈ। ਸੈਮੂਅਲ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਲੜਕੀਆਂ ਨੇ ਈਸ਼ਵਰ ਲਈ ਆਪਣਾ ਸਰੀਰ ਕੁਰਬਾਨ ਕੀਤਾ। ਈਸ਼ਵਰ ਉਹਨਾਂ ਦੇ ਸਰੀਰ ਨੂੰ ਮੁੜ ਠੀਕ ਕਰ ਦੇਣਗੇ। ਇਸ ਹੈਵਾਨ ਬਾਰੇ ਸਤੰਬਰ ਵਿੱਚ ਉਸ ਸਮੇਂ ਖੁਲਾਸਾ ਹੋਇਆ ਜਦੋਂ ਉਸ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਸੈਮੂਅਲ ਨਾਬਾਲਗ ਲੜਕੀਆਂ ਨੂੰ ਟ੍ਰੇਲਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭੇਜ ਰਿਹਾ ਸੀ। ਦਰਅਸਲ ਇਸ ਟ੍ਰੇਲਰ ਵਿੱਚ ਫਸੇ ਬੱਚਿਆਂ ਨੇ ਕਿਸੇ ਤਰ੍ਹਾਂ ਆਪਣੀ ਉਂਗਲ ਬਾਹਰ ਕੱਢ ਕੇ ਇਸ਼ਾਰਾ ਕੀਤਾ ਅਤੇ ਪੁਲਿਸ ਨੇ ਦੇਖ ਲਿਆ। ਇਸ ਤੋਂ ਬਾਅਦ ਉਹਨਾਂ ਨੂੰ ਇਸ ਟ੍ਰੇਲਰ ਦੇ ਅੰਦਰੋਂ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ ਸੈਮੂਅਲ ਦੀ SUV ਵਿੱਚ 2 ਔਰਤਾਂ ਤੇ 2 ਲੜਕੀਆਂ ਮਿਲੀਆਂ, ਜਿਨ੍ਹਾਂ ਦੀ ਉਮਰ 15 ਸਾਲ ਸੀ। ਇਸ ਤੋਂ ਇਲਾਵਾ ਟਰਾਲੇ ਵਿੱਚ 3 ਲੜਕੀਆਂ ਬਰਾਮਦ ਹੋਈਆਂ। ਇਹਨਾਂ ਸਾਰਿਆਂ ਦੀ ਉਮਰ 11 ਤੋਂ 14 ਸਾਲ ਦਰਮਿਆਨ ਹੈ। ਬੱਚੀਆਂ ਨਾਲ ਬਦਸਲੂਕੀ ਕਰਨ ਵਾਲੇ ਸੈਮੂਅਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਉਸਨੇ ਸਬੂਤਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। FBI ਹੁਣ ਇਸ ਮੁਲਜ਼ਮ ਖਿਲਾਫ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਤਿੱਬਤੀ ਧਾਰਮਿਕ ਗੁਰੂ ਦਲਾਈ ਲਾਮਾ ਨਾਲ ਸੋਮਵਾਰ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਅਮਰੀਕਾ ਦੇ 7 ਸ਼ਹਿਰਾਂ ਦੇ ਮੇਅਰਾਂ ਨੇ ਮੁਲਾਕਾਤ ਕੀਤੀ। ਮੇਅਰਾਂ ਨੇ ਦਲਾਈ ਲਾਮਾ ਨਾਲ ਮੀਟਿੰਗ ਵੀ ਕੀਤੀ ਅਤੇ ਵਿਸਤਾਰ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਕੀਤੀ। ਸੋਮਵਾਰ ਨੂੰ ਹੀ ਦਲਾਈ ਲਾਮਾ ਨੂੰ ਮੁੱਕੇਬਾਜ਼ ਮੁਹੰਮਦ ਅਲੀ ਦੀ ਪਤਨੀ ਲੌਨੀ ਅਲੀ ਵੱਲੋਂ ਬਾਕਸਿੰਗ ਗਲਵਜ਼ ਤੋਹਫੇ ਵਿੱਚ ਦਿੱਤੇ ਗਏ। ਬੈਠਕ ਵਿੱਚ ਅਮਰੀਕੀ ਸ਼ਹਿਰਾਂ ਲੂਇਸਵਿਲ, ਸਨਾ ਸਿਟੀ, ਟੈਕੋਮਾ, ਆਕਲੈਂਡ, ਸਾਨ ਇਲੀਐਂਡੋ, ਸਾਨ ਐਂਟੋਨੀਓ ਤੇ ਪੀਟਰਸਬਰਗ ਦੇ ਮੇਅਰ ਸ਼ਾਮਲ ਸਨ। ਮੇਅਰਾਂ ਨਾਲ ਗੱਲਬਾਤ ਕਰਦੇ ਹੋਏ ਦਲਾਈ ਲਾਮਾ ਨੇ ਆਪਣੇ ਸ਼ਹਿਰਾਂ ਵਿੱਚ ਹੋਰ ਸਕੂਲਾਂ ਦੇ ਪਾਠਕ੍ਰਮ ਵਿੱਚ ਹਮਦਰਦੀ ਨੂੰ ਬੜਾਵਾ ਦੇਣ ਦੀ ਗੱਲ ਆਖੀ ਹੈ। ਕੈਨੇਡਾ ਵਿੱਚ ਫਲੂ ਕਾਰਨ ਗੰਭੀਰ ਬਿਮਾਰ ਹੋ ਰਹੇ ਬੱਚਿਆਂ ਦੀ ਗਿਣਤੀ ਸਿਖਰ ਤੇ ਪੁੱਜ ਗਈ ਹੈ ਅਤੇ ਹਸਪਤਾਲਸ ਵਿਚਾਲੇ ਹਾਲਾਤ ਨੂੰ ਵੇਖਦਿਆਂ ਰੈੱਡ ਕਰਾਸ ਤੋਂ ਮਦਦ ਮੰਗੀ ਗਈ ਹੈ। ਦ ਗਲੋਬ ਐਂਡ ਮੇਲ ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ 707 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਚੋਂ 95 ICU ਵਿੱਚ ਭੇਜੇ ਗਏ ਤੇ 5 ਤੋਂ ਘੱਟ ਮੌਤਾਂ ਹੋ ਗਈਆਂ। ਸਿਹਤ ਮਾਹਿਰਾਂ ਨੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਬਿਮਾਰ ਹੋਣ ਪਿੱਛੇ ਘੱਟ ਗਿਣਤੀ 'ਚ ਫਲੂ ਦੇ ਟੀਕੇ ਲੱਗਣ ਨੂੰ ਜ਼ਿੰਮੇਵਾਰ ਠਹਿਰਾਇਆ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹਵਾਈ ਅੱਡੇ ਤੇ ਸ਼ੱਕੀ ਸਮਾਨ ਮਿਲਣ ਦੇ ਕਾਰਨ ਹਵਾਈ ਅੱਡਾ ਫੌਰਨ ਖਾਲੀ ਕਰਵਾਇਆ ਗਿਆ। ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਤੇ ਕਈ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਇੱਕ ਯਾਤਰੀ ਦੇ ਬੈਗ 'ਚੋਂ ਮਿਲੇ ਇਸ ਸ਼ੱਕੀ ਸਮਾਨ ਨੂੰ ਬੰਬ ਨਿਰੋਧਕ ਟੀਮਾਂ ਵੱਲੋਂ ਸੁਰੱਖਿਅਤ ਪਾਇਆ ਗਿਆ। ਜਾਣਕਾਰੀ ਦੇ ਅਨੁਸਾਰ ਪੁਲਿਸ ਨੂੰ 6 ਵਜੇ ਘਟਨਾ ਸਥਾਨ ਤੇ ਬੁਲਾਇਆ ਗਿਆ ਅਤੇ ਯਾਤਰੀਆਂ ਨੂੰ 2 ਘੰਟਿਆਂ ਦੇ ਲਈ ਕਾਰ ਪਾਰਕ ਵਿੱਚ ਲਿਜਾਇਆ ਗਿਆ। ਫਿਰ ਸਟਾਫ ਵੱਲੋਂ ਠੰਡ ਤੋਂ ਬਚਾਅ ਦੇ ਲਈ ਐਮਰਜੈਂਸੀ ਕੰਬਲ ਅਤੇ ਪਾਣੀ ਵੰਡਿਆ ਗਿਆ। ਇਸ ਘਟਨਾ ਕਾਰਨ ਗਲਾਸਗੋ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਹੈ ਕਿ 22 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ 3 ਨੂੰ ਡਾਇਵਰਟ ਵੀ ਕੀਤਾ ਗਿਆ। ਰਾਇਲ ਨੇਵੀ ਬੰਬ ਨਿਰੋਧਕ ਯੂਨਿਟ ਨੂੰ ਘਟਨਾ ਸਥਾਨ ਤੇ ਭੇਜੇ ਜਾਣ ਤੋਂ ਪਹਿਲਾਂ ਪੁਲਿਸ ਵੱਲੋਂ ਸੈਂਟਰਲ ਸਰਚ ਖੇਤਰ ਅਤੇ ਘਰੇਲੂ ਉਡਾਣਾਂ ਵਾਲੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਕਰੀਬ 12:30 ਵਜੇ ਯਾਤਰੀਆਂ ਨੂੰ ਇਮਾਰਤ ਵਿੱਚ ਵਾਪਸ ਜਾਣ ਦੀ ਆਗਿਆ ਦਿੱਤੀ ਗਈ। ਇਸ ਘਟਨਾ ਕਾਰਨ ਜਿੱਥੇ ਹਫੜਾ ਦਫੜੀ ਦਾ ਮਾਹੌਲ ਬਣਿਆ ਰਿਹਾ, ਉੱਥੇ ਯਾਤਰੀਆਂ ਨੂੰ ਕਈ ਘੰਟੇ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਿਆ। ਭਾਰਤੀ ਮੂਲ ਦੇ ਇੱਕ ਸਿੱਖ ਅਤੇ ਸਿੰਗਾਪੁਰ ਸਥਿਤ ਟੈਕਨੋਲੋਜੀ ਕੰਪਨੀ ਦੇ ਸਾਬਕਾ CFO ਨੂੰ 11 ਮਹੀਨਿਆਂ ਦੀ ਕੈਦੀ ਸਜ਼ਾ ਸੁਣਾਈ ਗਈ ਹੈ ਅਤੇ ਜਾਲੀ ਖਾਤਿਆਂ, ਜਾਲਸਾਜ਼ੀ ਅਤੇ ਇੱਛਕ ਪਾਰਟੀ ਨਾਲ ਲੈਣ ਦੇਣ ਦਾ ਖੁਲਾਸਾ ਨਾ ਕਰਨ ਦੇ ਲਈ 20,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਕਰ ਦਿੱਤਾ ਗਿਆ। ਦ ਬਿਜ਼ਨਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਟਰੈਕ 2000 ਇੰਟਰਨੈਸ਼ਨਲ ਦੇ ਗੁਰਚਰਨ ਸਿੰਘ ਨੂੰ ਸੋਮਵਾਰ ਨੂੰ 8 ਦੋਸ਼ਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਸਜ਼ਾ ਸੁਣਾਉਂਦੇ ਸਮੇਂ 9 ਹੋਰ ਸਮਾਨ ਦੇਸ਼ਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ।
ਸਿੰਘ ਦੀ ਸਜ਼ਾ। ਕੰਪਨੀ ਦੇ ਸੰਸਥਾਪਕ ਹੈਨ ਟੈਨ ਅਤੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਪੂ ਟਿੰਗ ਪਿਨ ਨੂੰ ਅਕਤੂਬਰ ਵਿੱਚ ਸੰਬੰਧਿਤ ਸਾਜ਼ਿਸ਼ਾਂ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਈ ਹੈ। ਵਪਾਰਕ ਮਾਮਲਿਆਂ ਦੇ ਵਿਭਾਗ ਦੀ ਜਾਂਚ ਤੋਂ ਪਤਾ ਲੱਗਾ ਕਿ 2011 'ਚ ਟਰੈਕ 2000 ਨੇ ਟੀ ਡਾਟਾ ਸਿਸਟਮ ਨਾਲ ਲਗਭਗ $2.79 ਮਿਲੀਅਨ ਦੇ ਮੁੱਲ ਦੇ 7 ਲੈਣ ਦੇਣ ਕੀਤੇ ਸਨ। ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਇੱਕ ਅਧਿਆਪਕਾ ਨੂੰ ਸੈਕੰਡਰੀ ਸਕੂਲ ਵਿੱਚ ਸਾਇੰਸ ਟੀਚਿੰਗ 'ਚ ਉੱਤਮਤਾ ਦੇ ਲਈ 2022 ਦਾ ਪ੍ਰਧਾਨ ਮੰਤਰੀ ਪੁਰਸਕਾਰ ਪਿਛਲੇ ਦਿਨੀ ਮਿਲਿਆ। ਮੈਲਬੌਰਨ 'ਚ ਰਹਿਣ ਵਾਲੀ ਵੀਨਾ ਨਾਇਰ, ਜੋ ਕਿ ਵਿਊ ਬੈਂਕ ਕਾਲਜ ਦੀ ਟੈਕਨੋਲੋਜੀ ਦੀ ਮੁਖੀ ਅਤੇ ਸਟੈਮ ਪ੍ਰੋਜੈਕਟ ਲੀਡਰ ਨੂੰ ਵਿਦਿਆਰਥੀਆਂ ਦੇ ਲਈ ਸਟੇਮ ਦੀ ਵਿਵਹਾਰਕ ਵਰਤੋਂ ਦਾ ਪ੍ਰਦਰਸ਼ਨ ਕਰਨ ਅਤੇ ਦੁਨੀਆ ਵਿੱਚ ਅਸਲ ਪ੍ਰਭਾਵ ਬਣਾਉਣ ਦੇ ਲਈ ਉਸ ਨੂੰ ਆਪਣੇ ਹੁਨਰ ਦੀ ਵਰਤੋਂ ਕਿਵੇਂ ਕਰ ਸਕਦੇ ਨੇ, ਇਸ ਬਾਰੇ ਦੱਸਣ ਦੇ ਲਈ ਸਨਮਾਨਿਤ ਕੀਤਾ ਗਿਆ। ਦੱਸ ਦਈਏ ਕਿ ਸਟੈਮ ਵਿੱਚ ਇੱਕ ਪ੍ਰਮੁੱਖ ਸਿੱਖਿਅਕ ਵਜੋਂ ਨਾਇਰ ਕੋਲ ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਹੁਣ ਆਸਟ੍ਰੇਲੀਆ ਵਿੱਚ ਵਿਗਿਆਨ ਆਧਾਰਿਤ ਵਿਸ਼ਿਆਂ ਨੂੰ ਪੜ੍ਹਾਉਣ 'ਚ 20 ਸਾਲਾਂ ਤੋਂ ਵੱਧ ਦਾ ਅਨੁਭਵ ਹੈ। ਆਪਣੇ ਕੰਮ ਦੁਆਰਾ ਉਸਨੇ ਉਹਨਾਂ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਕੀਤਾ ਹੈ ਜੋ ਯੂਨੀਵਰਸਿਟੀਜ਼ ਦੇ ਵਿੱਚ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਸ਼ਿਆਂ ਦਾ ਅਧਿਐਨ ਕਰਨ ਦੇ ਲਈ ਪਹਿਲੇ ਦੌਰ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰਦੇ ਨੇ, ਖਾਸ ਕਰਕੇ ਨੌਜਵਾਨ ਔਰਤਾਂ ਅਤੇ ਵਿਭਿੰਨ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ। ਨਾਇਰ ਨੇ ਆਪਣਾ ਅਧਿਐਨ ਕਰੀਅਰ ਬੰਬਈ ਵਿੱਚ ਸ਼ੁਰੂ ਕੀਤਾ, ਜਿੱਥੇ ਉਸਨੇ ਘੱਟ ਸਮਾਜਿਕ ਆਰਥਿਕ ਸਕੂਲਾਂ ਵਿੱਚ ਕੰਪਿਊਟਰ ਮੁਹੱਈਆ ਕਰਵਾਏ ਅਤੇ ਵਿਦਿਆਰਥੀਆਂ ਨੂੰ ਕੋਡ ਬਣਾਉਣਾ ਸਿਖਾਇਆ। ਨਾਇਰ ਨੇ ਭੌਤਿਕ ਵਿਗਿਆਨ ਵਿੱਚ BSc ਅਤੇ ਬੰਬਈ ਯੂਨੀਵਰਸਿਟੀ ਤੋਂ ਵਿਗਿਆਨ ਅਤੇ ਗਣਿਤ 'ਚ B.Ed ਅਤੇ ਡਿਕਨ ਯੂਨੀਵਰਸਿਟੀ ਤੋਂ MED ਕੀਤੀ ਹੈ। ਉਸਨੇ 2018 ਵਿੱਚ ਡਿਜ਼ਾਈਨ ਐਂਡ ਟੈਕਨੋਲੋਜੀ ਟੀਚਰਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੁਆਰਾ ਸਾਲ ਦਾ ਐਜੂਕੇਟਰ ਅਵਾਰਡ ਜਿੱਤਿਆ। ਸਾਲਾਨਾ ਪੁਰਸਕਾਰ ਦੇਸ਼ ਦੇ 12 ਪ੍ਰਮੁੱਖ ਵਿਗਿਆਨੀਆਂ, ਖੋਜੀਆਂ ਅਤੇ ਵਿਗਿਆਨ ਅਧਿਆਪਕਾਂ ਦੇ ਯੋਗਦਾਨ ਲਈ ਦਿੱਤੇ ਜਾਂਦੇ ਨੇ। ਇਹ ਡਿਜੀਟਲ ਭੁਗਤਾਨ ਦਾ ਯੁੱਗ ਹੈ। ਜੇਕਰ ਤੁਹਾਡੀ ਜੇਬ ਵਿੱਚ ਨਕਦੀ ਨਹੀਂ ਹੈ ਤਾਂ ਕੋਈ ਫਰਕ ਨਹੀਂ ਪੈਂਦਾ, ਕੇਵਲ ਮੋਬਾਈਲ ਜਾਂ ਡੈਬਿਟ ਕਾਰਡ ਹੋਵੇ ਤਾਂ ਸਾਰਾ ਕੰਮ ਹੋ ਜਾਏਗਾ। ਤੁਸੀਂ ਕੈਬ ਤੋਂ ਲੈ ਕੇ ਖਾਣ ਪੀਣ ਤੱਕ ਹਰ ਚੀਜ਼ ਦੇ ਲਈ ਆਨਲਾਈਨ ਭੁਗਤਾਨ ਕਰ ਸਕਦੇ ਹੋ। ਪਰ ਅਜੇ ਵੀ ਬਹੁਤ ਸਾਰੇ ਲੋਕ ਬਦਲਦੇ ਸਮੇਂ ਦੇ ਨਾਲ ਨਹੀਂ ਬਦਲੇ। ਉਹ ਅਜੇ ਵੀ ਨਗਦ ਪੈਸੇ ਲੈਣਾ ਪਸੰਦ ਕਰਦੇ ਨੇ, ਪਰ ਲੋਕ ਨਕਦੀ ਦੇ ਮਾਮਲੇ ਵਿੱਚ ਵੀ ਫਸ ਜਾਂਦੇ ਨੇ। ਕਈ ਵਾਰ ਕਾਹਲੀ ਕਾਰਨ ਯਾਤਰੀ ਕੈਬ ਡਰਾਈਵਰ ਨੂੰ ਪੈਸੇ ਦੇਣੇ ਭੁੱਲ ਜਾਂਦੇ ਨੇ। ਅਸੀਂ ਕੈਬ ਦੇ ਨਗਦ ਭੁਗਤਾਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਇਹ ਕਹਾਣੀ ਇੱਕ ਅਜਿਹੇ ਡਰਾਈਵਰ ਨਾਲ ਸੰਬੰਧਿਤ ਹੈ ਜਿਸ ਨੇ ਆਪਣੇ ਯਾਤਰੀਆਂ ਤੇ ਕਰੋੜਾਂ ਭਾਰਤੀਆਂ ਦਾ ਦਿਲ ਜਿੱਤ ਲਿਆ। ਦਰਅਸਲ ਪਿਛਲੇ ਹਫ਼ਤੇ ਮੀਡੀਆ ਕਾਰਪ ਦੇ ਚੀਫ ਕਮਰਸ਼ੀਅਲ ਅਫਸਰ ਅਤੇ ਚੀਫ ਡਿਜੀਟਲ ਅਫਸਰ ਪਰਮਿੰਦਰ ਸਿੰਘ ਭਾਰਤ ਦੇ ਦੌਰੇ ਤੇ ਆਏ। ਦੱਸ ਦਈਏ ਕਿ ਉਹ ਇਸ ਤੋਂ ਪਹਿਲਾਂ ਗੂਗਲ ਦੇ MD ਰਹੇ ਨੇ ਔਰ ਇਸ ਦੌਰਾਨ ਕਾਹਲੀ ਵਿੱਚ ਉਹ ਦਿੱਲੀ ਏਅਰਪੋਰਟ ਤੇ ਇੱਕ ਕੈਬ ਡਰਾਈਵਰ ਨੂੰ ਪੈਸੇ ਦੇਣਾ ਭੁੱਲ ਗਏ। ਪਰਮਿੰਦਰ ਨੇ ਇਸ ਘਟਨਾ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ। ਉਹਨਾਂ ਨੇ ਦੱਸਿਆ ਕਿ ਉਹ ਹਵਾਈ ਅੱਡੇ ਤੇ ਪਹੁੰਚ ਕੇ ਤੁਰੰਤ ਰਵਾਨਾ ਹੋ ਗਏ। ਉਹ ਡਰਾਈਵਰ ਨੂੰ ਪੈਸੇ ਦੇਣਾ ਭੁੱਲ ਗਏ ਨੇ। ਅਸਲ ਵਿੱਚ ਉਹ ਥੋੜਾ ਲੇਟ ਹੋ ਰਹੇ ਸੀ, ਇਸ ਲਈ ਫਲਾਈਟ ਵਿੱਚ ਚੜ੍ਹਨ ਦੀ ਕਾਹਲੀ 'ਚ ਸਨ। ਜਦੋਂ ਪਰਮਿੰਦਰ ਡਰਾਈਵਰ ਨੂੰ ਫੋਨ ਕਰਦਾ ਹੈ ਤੇ ਪੁੱਛਦਾ ਹੈ ਕਿ ਉਸਦਾ ਕਿੰਨਾ ਬਕਾਇਆ ਹੈ ਤਾਂ ਉਸਨੇ ਅਸਾਧਾਰਨ ਜਵਾਬ ਤੋਂ ਉਹ ਹੈਰਾਨ ਰਹਿ ਗਏ। ਡਰਾਈਵਰ ਪੈਸੇ ਨਹੀਂ ਲੈਣਾ ਚਾਹੁੰਦੇ ਸਨ। ਉਸਨੇ ਕੇਵਲ ਇੰਨੇ ਕਿਹਾ, ਕੋਈ ਗੱਲ ਨਹੀਂ, ਕਦੇ ਫੇਰ ਆ ਜਾਣਗੇ। ਪਰਮਿੰਦਰ ਨੇ ਟਵਿੱਟਰ ਤੇ ਲਿਖਿਆ ਕਿ ਕੈਬ ਡਰਾਈਵਰ ਨੇ ਸਾਨੂੰ ਦਿੱਲੀ ਏਅਰਪੋਰਟ ਤੇ ਉਤਾਰ ਦਿੱਤਾ। ਅਸੀਂ ਬਿਨਾਂ ਪੈਸੇ ਦਿੱਤੇ ਚਲੇ ਗਏ। ਬੇਚੈਨ ਹੋ ਕੇ ਪੁੱਛਿਆ ਕਿ ਪੇਮੈਂਟ ਕਿਵੇਂ ਕਰਨੀ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ, ਫਿਰ ਕਦੇ ਪੈਸੇ ਆ ਜਾਓਗੇ। ਪੈਸੇ ਵੀ ਨਹੀਂ ਦੱਸੇ। ਉਹ ਜਾਣਦੇ ਸਨ ਕਿ ਅਸੀਂ ਇੱਥੇ ਨਹੀਂ ਰਹਿੰਦੇ। ਅਸੀਂ ਅੰਤ ਵਿੱਚ ਉਹਨਾਂ ਨੂੰ ਭੁਗਤਾਨ ਕੀਤਾ ਤੇ ਸਿੱਖਿਆ ਕਿ ਇਸ ਸੰਸਾਰ ਵਿੱਚ ਸ਼ਿਸ਼ਟਾਚਾਰ ਮੌਜੂਦ ਹੈ। ਇਸ ਤੋਂ ਬਾਅਦ ਕੀਤੇ ਗਏ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਡਰਾਈਵਰ ਦਾ ਨਾਮ ਅਤੇ ਹੋਰ ਵੇਰਵਿਆਂ ਨੂੰ ਸਾਂਝਾ ਕਰਨ ਦੀ ਆਗਿਆ ਨਹੀਂ ਹੈ, ਪਰ ਦਿੱਲੀ NCR ਵਿੱਚ ਚੰਗੇ ਡਰਾਈਵਰ ਦੀ ਭਾਲ ਕਰਨ ਵਾਲੇ ਲੋਕ ਉਸ ਨੂੰ ਸਿੱਧਾ ਸੁਨੇਹਾ ਭੇਜ ਸਕਦੇ ਨੇ। ਇਸ ਸਾਲ ਪ੍ਰਵਾਸੀ ਭਾਰਤੀਆਂ ਦੀ ਵਿਦੇਸ਼ ਤੋਂ ਕਮਾ ਕੇ ਭੇਜੀ ਜਾਣ ਵਾਲੀ ਰਕਮ 8 ਲੱਖ ਕਰੋੜ ਰੁਪਏ ਪਾਰ ਕਰ ਜਾਏਗੀ। ਵਰਲਡ ਬੈਂਕ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਪ੍ਰਵਾਸੀ ਭਾਰਤੀਆਂ ਦੀ ਕਮਾਈ 'ਚ ਪਿਛਲੇ ਸਾਲ ਦੀ ਤੁਲਨਾ 'ਚ 12% ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ, ਜਦਕਿ ਸਾਲ 2021 ਵਿੱਚ 2020 ਦੇ ਮੁਕਾਬਲੇ ਇਹ ਵਾਧਾ ਕੇਵਲ 7.5% ਦਾ ਹੋਇਆ। ਵਿਦੇਸ਼ਾਂ ਵਿੱਚ ਜਾ ਕੇ ਕਮਾਈ ਕਰਨ ਅਤੇ ਉਸ ਨੂੰ ਆਪਣੇ ਦੇਸ਼ ਪੈਸਾ ਭੇਜਣ ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ। ਪਹਿਲਾਂ ਵੀ ਭਾਰਤ ਇਸ ਮਾਮਲੇ ਵਿੱਚ ਪਹਿਲੇ ਰੈਂਕ ਤੇ ਰਹਿ ਚੁੱਕਿਆ ਹੈ। ਕਤਰ ਵਿੱਚ 90 ਦਿਨਾਂ ਤੋਂ ਵੱਧ ਸਮੇਂ ਤੋਂ ਕੈਦ ਭਾਰਤੀ ਜਲ ਸੈਨਾ ਦੇ 8 ਸਾਬਕਾ ਕਰਮਚਾਰੀਆਂ ਦੀ ਰਿਹਾਈ ਦਾ ਸਮਾਂ ਅਟਕਿਆ ਹੋਇਆ ਹੈ। ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਸਰਕਾਰ ਉਹਨਾਂ ਨੂੰ ਕਤਰ ਦੀ ਕੈਦ ਵਿੱਚੋਂ ਬਾਹਰ ਨਹੀਂ ਕੱਢ ਸਕੀ। ਪਰ ਇਸ ਸਭ ਦੇ ਵਿਚਕਾਰ ਪੀੜਤ ਪਰਿਵਾਰਾਂ ਨੇ ਇੱਕ ਹੋਰ ਦੁਖਦਾਈ ਖਬਰ ਦਿੱਤੀ ਹੈ। ਪਰਿਵਾਰ ਮੁਤਾਬਕ ਅਦਾਲਤ 'ਚ ਸੁਣਵਾਈ ਤੋਂ ਬਾਅਦ ਸਾਰੇ ਸਾਬਕਾ ਜਲ ਸੈਨਿਕਾਂ ਦੀ ਹਿਰਾਸਤ 1 ਮਹੀਨੇ ਲਈ ਹੋਰ ਵਧਾ ਦਿੱਤੀ ਗਈ ਹੈ, ਜਾਨੀ ਉਹਨਾਂ ਦੀ ਰਿਹਾਈ ਦੀ ਉਮੀਦ ਇੱਕ ਵਾਰ ਫਿਰ ਤੋਂ ਰਹਿ ਗਈ ਹੈ। ਭਾਰਤੀ ਮੂਲ ਦਾ 6 ਸਾਲਾ ਬੱਚਾ 5364 ਮੀਟਰ ਦੀ ਉਚਾਈ ਤੇ ਨੇਪਾਲ ਦੇ ਐਵਰੈਸਟ ਬੇਸ ਕੈਂਪ ਤੱਕ ਪੈਦਲ ਚੜ੍ਹਾਈ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣ ਗਿਆ।
ਸਿੰਗਾਪੁਰ ਬੁੱਕ ਆਫ ਰਿਕਾਰਡਸ ਦੇ ਅਨੁਸਾਰ ਉਹ ਮਦਨ ਗਰਗ ਨੇ ਆਪਣੇ ਮਾਤਾ-ਪਿਤਾ ਦੇ ਨਾਲ ਅਕਤੂਬਰ 'ਚ 10 ਦਿਨਾਂ ਦੇ ਲਈ ਸਿਖਲਾਈ ਲਈ, ਜਿਸ ਵਿੱਚ ਲੂਕਲਾ ਪਿੰਡ ਤੋਂ 2860 ਮੀਟਰ ਤੇ 5364 ਮੀਟਰ ਤੇ ਲਗਭਗ 2500 ਮੀਟਰ ਦੀ ਉਚਾਈ ਹਾਸਲ ਕੀਤੀ। ਉਹ ਕੌਂਸਾਵਲ ਪ੍ਰੀ ਸਕੂਲ ਦੇ ਇੱਕ ਕਿੰਡਰਗਾਰਟਨ ਦਾ ਵਿਦਿਆਰਥੀ ਹੈ। ਵਿਦਿਆਰਥੀ ਓਮ ਨੇ ਖਰਾਬ ਮੌਸਮ, ਉਡਾਣਾਂ ਰੱਦ ਹੋਣ, ਆਰਾਮ ਦੀ ਕਮੀ, ਗਰਮ ਦਿਨ ਅਤੇ ਠੰਡੀਆਂ ਰਾਤਾਂ ਦੇ ਬਾਵਜੂਦ ਉਹਨਾਂ ਨੇ ਚੰਗੀ ਤਰ੍ਹਾਂ ਸਿਖਲਾਈ ਲਈ। ਫੈਬਰੂਅਰੀ ਵਿੱਚ ਰੂਸ ਦੇ ਯੂਕਰੇਨ ਉੱਤੇ ਹਮਲਾ ਕਰਨ ਤੋਂ ਕੁਝ ਘੰਟੇ ਬਾਅਦ ਖੇਰਸਨ ਵਿੱਚ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਸਿਹਤ ਕਰਮਚਾਰੀਆਂ ਨੇ ਗੁਪਤ ਰੂਪ ਵਿੱਚ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਨਵਜੰਮੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਏ। ਇਹਨਾਂ ਕਰਮਚਾਰੀਆਂ ਨੂੰ ਰੂਸੀ ਅਨਾਥਾਂ ਨੂੰ ਜ਼ਬਤ ਕਰਨ ਅਤੇ ਉਹਨਾਂ ਨੂੰ ਰੂਸ ਭੇਜਣ ਦਾ ਸ਼ੱਕ ਸੀ। ਇਸ ਲਈ ਖੇਰਸਨ ਸ਼ਹਿਰ ਦੇ ਬੱਚਿਆਂ ਦੇ ਖੇਤਰੀ ਹਸਪਤਾਲ ਦੇ ਸਟਾਫ ਨੇ ਅਨਾਥਾਂ ਦੇ ਮੈਡੀਕਲ ਰਿਕਾਰਡਾਂ ਨੂੰ ਜਾਲੀ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਇਹ ਦਿਖਾਈ ਦੇ ਸਕੇ ਕਿ ਉਹ ਹਿੱਲਣ ਦੇ ਲਈ ਬਹੁਤ ਬਿਮਾਰ ਨੇ। ਔਰ ਡਾਕਟਰ ਓਲਗਲਾ ਕੇਅਰ ਦੀ ਮੁਖੀ ਨੇ ਤੇ ਨਾਲ ਦੇ ਨਾਲ ਜਾਣਬੁੱਝ ਕੇ ਗਲਤ ਜਾਣਕਾਰੀ ਲਿਖੀ ਗਈ ਤਾਂ ਕਿ ਬੱਚੇ ਬਿਮਾਰ ਨੇ, ਉਹਨਾਂ ਨੂੰ ਲਿਜਾਇਆ ਨਹੀਂ ਜਾ ਸਕਦਾ। ਸਾਨੂੰ ਡਰ ਸੀ ਕਿ ਰੂਸੀ ਪਤਾ ਲਗਾ ਲੈਣਗੇ, ਪਰ ਅਸੀਂ ਫੈਸਲਾ ਕੀਤਾ ਕਿ ਅਸੀਂ ਕਿਸੇ ਵੀ ਕੀਮਤ ਤੇ ਬੱਚਿਆਂ ਨੂੰ ਬਚਾਵਾਂਗੇ। ਪੂਰੀ ਜੰਗ ਦੇ ਦੌਰਾਨ ਰੂਸੀਆਂ ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਯੂਕਰੇਨੀ ਬੱਚਿਆਂ ਨੂੰ ਰੂਸ ਜਾਂ ਰੂਸ ਦੇ ਕਬਜ਼ੇ ਵਾਲੇ ਖੇਤਰਾਂ 'ਚ ਉਹਨਾਂ ਦੇ ਆਪਣੇ ਵਜੋਂ ਉਭਾਰਨ ਦੇ ਲਈ ਦੇਸ਼ ਨਿਕਾਲਾ ਦਿੰਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।